Hello, dear students. How are you? Hope you all are doing well. Today we'll discuss and study the text of poem number 5 of 10 plus 1 class, Confessions of a Born Spectator. ਬੱਚੇ ਤੁਹਾਡਾ ਬਹੁਤ ਸਵਾਗਤ ਹੈ। ਪੰਜਵੀਂ ਕਵਿਤਾ ਹੈ 11ਵੀਂ ਦੀ ਕਨਫੈਸ਼ਨਸ ਆਫ ਅ ਬੌਰਨ ਸਪੈਕਟੇਟਰ। ਅੱਜ ਇਸ ਦਾ ਆਨੰਦ ਲਵਾਂਗੇ, ਇਸ ਨੂੰ ਪੜ੍ਹਾਂਗੇ, ਇਸ ਨੂੰ ਸਮਝਾਂਗੇ। ਸਭ ਤੋਂ ਪਹਿਲੇ ਸਮਝ ਲਓ ਕਿ ਕਨਫੈਸ਼ਨਸ ਦਾ ਮੀਨਿੰਗ ਕੀ ਹੁੰਦਾ ਹੈ। ਕਨਫੈਸ਼ਨ ਮੀਨਸ ਟੂ ਐਕਸੈਪਟ ਟਰੂਥ, ਕੋਈ ਸੱਚਾਈ ਮੰਨ ਲੈਣਾ, ਸਵੀਕਾਰ ਕਰ ਲੈਣਾ ਕਿਸੇ ਚੀਜ਼ ਨੂੰ। ਬੌਰਨ ਦਾ ਮਤਲਬ ਜਮਾਂਦਰੂ, ਜਨਮ ਤੋਂ ਹੀ। ਸਪੈਕਟੇਟਰ ਮੀਨਸ ਦਰਸ਼ਕ। ਤਾਂ ਹੁਣ ਜਿਹੜਾ ਕਵੀ ਹੈ ਉਹ ਕਹਿੰਦਾ ਮੈਂ ਜਨਮ ਤੋਂ ਹੀ ਦਰਸ਼ਕ ਹਾਂ ਅਤੇ ਮੈਂ ਇਸ ਸੱਚ ਨੂੰ ਸਵੀਕਾਰ ਕਰਦਾ, ਔਰ ਮੈਨੂੰ ਦਰਸ਼ਕ ਬਣਨਾ ਕਿਉਂ ਪਸੰਦ ਹੈ, ਇਹਦੇ ਬਾਰੇ ਉਹਨੇ ਸਾਰੀ ਕਵਿਤਾ ਲਿਖੀ ਹੈ। First of all, I'll recite the entire poem, then I'll explain it for you. But before reading the poem, we should look at the words and meanings. Glossary. First word is maim. Means to injure somebody seriously, causing permanent damage to their body. ਕਿਸੇ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦੇਣਾ ਜਿਸ ਦੇ ਨਾਲ ਉਸਦੇ ਹੱਥ ਜਾਂ ਪੈਰ, ਲੱਤਾਂ, ਬਾਹਾਂ ਟੁੱਟ ਜਾਣ। ਰੌਂਪ ਮੀਨਸ ਟੂ ਪਲੇ ਇਨ ਅ ਹੈਪੀ ਐਂਡ ਨੋਇਜ਼ੀ ਵੇ, ਰੌਲਾ ਪਾਉਂਦੇ ਹੋਏ ਉੱਚੀ ਉੱਚੀ ਹੱਸਣਾ, ਖੇਡਣਾ। ਗੌਡੀ ਮੀਨਸ ਟੂ ਬ੍ਰਾਈਟਲੀ ਕਲਰਡ ਇਨ ਅ ਵੇ ਦੈਟ ਲੈਕਸ ਟੇਸਟ, ਜਦੋਂ ਅਸੀਂ ਬਿਨਾਂ ਖੂਬਸੂਰਤੀ ਦੇ ਭੜਕੀਲੇ ਰੰਗਾਂ ਦੇ ਕੱਪੜੇ ਪਹਿਨ ਲਈਏ ਉਸਨੂੰ ਅਸੀਂ ਗੌਡੀ ਕਹਾਂਗੇ। ਵਰਟੀਬਰੇ ਸਮਾਲ ਬੋਨਸ ਦੈਟ ਆਰ ਕਨੈਕਟਡ ਟੂਗੇਦਰ ਟੂ ਫਾਰਮ ਦ ਸਪਾਈਨ, ਉਹ ਸਾਰੀਆਂ ਛੋਟੀਆਂ ਛੋਟੀਆਂ ਹੱਡੀਆਂ ਜਿਨ੍ਹਾਂ ਨੂੰ ਆਪਾਂ ਮਣਕੇ ਕਹਿ ਦਿੰਦੇ ਹਾਂ ਪੰਜਾਬੀ 'ਚ, ਜਿਨ੍ਹਾਂ ਨਾਲ ਜੁੜ ਕੇ ਸਾਡੀ ਪੂਰੀ ਰੀੜ੍ਹ ਦੀ ਹੱਡੀ ਬਣੀ ਹੁੰਦੀ ਹੈ। ਨੈਕਸਟ ਵਰਡ ਇਜ਼ ਸਵੈਪ। Means to give something to somebody and receive something in exchange. ਜਦੋਂ ਅਸੀਂ ਕਿਸੇ ਨਾਲ ਆਪਣੀਆਂ ਚੀਜ਼ਾਂ ਦਾ ਅਦਲ ਬਦਲ ਕਰ ਲਈਏ, ਆਪਸ ਵਿੱਚ ਚੀਜ਼ਾਂ ਵਟਾ ਲਈਏ, ਉਹਨੂੰ ਸਵੈਪ ਕਹਿੰਦੇ ਆ। Prudence, sensibility to make judgments and decisions. Prudence ਹੁੰਦਾ ਹੈ ਸਾਡਾ ਵਿਵੇਕ, ਸਾਡੇ ਅੰਦਰਲੀ ਉਹ ਸ਼ਕਤੀ ਜਿਹੜੀ ਕਿ ਸਾਨੂੰ ਚੀਜ਼ਾਂ ਨੂੰ ਚੰਗੀ ਤਰ੍ਹਾਂ ਸਮਝਣ ਪਰਖਣ ਦੀ ਸ਼ਕਤੀ ਦਿੰਦੀ ਹੈ ਅਤੇ ਫੈਸਲੇ ਲੈਣ ਦੀ ਸ਼ਕਤੀ ਦਿੰਦੀ ਹੈ। ਨੈਕਸਟ ਵਰਡ ਇਜ਼ ਨਾਲਡ। ਮੀਨਸ ਟਵਿਸਟਡ ਐਂਡ ਰਫ, ਕੋਈ ਚੀਜ਼ ਜਿਹੜੋਂ ਮੁੜੀ ਤੁੜੀ ਹੋਵੇ ਜਾਂ ਖੁਰਦਰੀ ਹੋਵੇ। ਨੈਕਸਟ ਇਜ਼ ਗੈਂਬਲ, ਟੂ ਜੰਪ ਔਰ ਰਨ ਅਬਾਊਟ ਇਨ ਅ ਲਾਈਵਲੀ ਵੇ, ਜਦੋਂ ਆਪਾਂ ਭੱਜ ਕੇ ਜਾਂ ਕੁੱਦ ਕੇ ਇੱਕ ਜ਼ਿੰਦਾ ਦਿਲੀ ਨਾਲ ਕਿਤੇ ਜਾਈਏ ਉਸਨੂੰ ਆਪਾਂ ਗੈਂਬਲ ਕਹਿ ਦਿੰਦੇ ਹਾਂ। ਮੇਮ, ਰੌਮ, ਗੌਡੀ, ਵਰਟੀਬਰੇ, ਸਵੈਪ, prudence, gnarled, gamble. Now let us meet the author. This poem has been written by Frederick Arjen Nash. He was born on August 19, 1902 in Rye, New York. ਤਾਂ ਇਹ ਕਵਿਤਾ ਫਰੈਡਰਿਕ ਆਰਗਨ ਨੈਸ਼ ਨੇ ਲਿਖੀ ਹੈ, ਜੋ ਕਿ 19 ਅਗਸਤ 1902 ਦੇ ਵਿੱਚ ਪੈਦਾ ਹੋਏ। He was raised in New York and educated at St. George School in Rhode Island, Harvard University. ਪਹਿਲਾਂ ਤਾਂ ਸੇਂਟ ਜਾਰਜ ਸਕੂਲ ਦੇ ਵਿੱਚੋਂ ਪੜ੍ਹੇ, ਫਿਰ ਹਾਰਵਰਡ ਯੂਨੀਵਰਸਿਟੀ ਸਿੱਖਿਆ ਪੂਰੀ ਹੋਈ। He published his first book for children, The Cricket of Caradon, in 1925. 1925 'ਚ ਉਹਨਾਂ ਦੀ ਪਹਿਲੀ ਕਿਤਾਬ ਪ੍ਰਕਾਸ਼ਿਤ ਹੋਈ। His first published poem was Spring Comes to Murray Hills in 1930. 1930 'ਚ ਪਹਿਲੀ ਵਾਰ ਉਹਨਾਂ ਦੀ ਕਵਿਤਾ ਪ੍ਰਕਾਸ਼ਿਤ ਹੋਈ। Afterwards he published 19 books of poetry. ਇਸ ਪਹਿਲੀ ਕਵਿਤਾ ਤੋਂ ਬਾਅਦ ਉਹਨਾਂ ਨੇ 19 ਕਵਿਤਾਵਾਂ ਦੇ ਸੰਗ੍ਰਹਿ ਲਿਖੇ। Now this poem is about the confession of the poet. ਇਸ ਕਵਿਤਾ 'ਚ ਕਵੀ ਕੁਝ ਸਵੀਕਾਰ ਕਰਦਾ ਹੈ।
He calls himself a born spectator. ਉਹ ਕਹਿੰਦਾ ਮੈਂ ਤਾਂ ਜਨਮ ਤੋਂ ਹੀ ਦਰਸ਼ਕ ਹਾਂ, ਮੈਨੂੰ ਨਾ ਖੇਡਣਾ ਪਸੰਦ ਹੈ ਨਾ ਪਰਫਾਰਮ ਕਰਨਾ, ਦੇਖਣਾ ਪਸੰਦ ਹੈ. He loves watching players showing their mettle and winning prizes. ਮੈਨੂੰ ਵਧੀਆ ਲੱਗਦੇ ਨੇ ਖਿਡਾਰੀ ਜਦੋਂ ਆਪਣਾ ਸ਼ਕਤੀ ਪ੍ਰਦਰਸ਼ਨ ਕਰਦੇ ਨੇ, ਇਨਾਮ ਜਿੱਤਦੇ ਨੇ. But he does not want to be like them because he is afraid of getting hurt. ਉਹ ਉਹਨਾਂ ਵਰਗਾ ਨਹੀਂ ਬਣਨਾ ਚਾਹੁੰਦਾ ਕਿਉਂਕਿ ਉਹ ਕਹਿੰਦਾ ਕਿ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਬਹੁਤ ਸੱਟਾਂ ਵੀ ਲੱਗਦੀਆਂ ਨੇ ਔਰ ਕਈ ਤਰ੍ਹਾਂ ਦੀ ਤਕਲੀਫਾਂ ਦਾ ਵੀ ਸਾਹਮਣਾ ਕਰਨਾ ਪੈਂਦਾ. ਇਨ ਦਿਸ ਪੋਇਮ ਇਨ ਅ ਲਾਈਟ ਹਾਰਟਡ ਟੋਨ ਹੀ ਮੇਕਸ ਫਨ ਆਫ ਐਥਲੀਟਸ ਐਂਡ ਪਲੇਅਰਸ. ਅਤੇ ਮਜ਼ਾਕ ਦੇ ਵਿੱਚ ਉਹ ਕਾਫੀ ਕੁਝ ਕਹਿੰਦਾ ਹੈ ਐਥਲੀਟਸ ਲਈ ਅਤੇ ਖਿਡਾਰੀਆਂ ਲਈ. ਹੀ ਅਪਰੀਸ਼ੀਏਟਸ them to the full, but he is afraid of competing with them lest he should be physically hurt. ਉਹਨਾਂ ਦੀ ਬਹੁਤ ਤਾਰੀਫ ਕਰਦਾ ਦਿਲ ਭਰ ਕੇ, ਲੇਕਿਨ ਇੱਕ ਗੱਲ ਤੇ ਉਹ ਉਹਨਾਂ ਨੂੰ ਪਸੰਦ ਨਹੀਂ ਕਰਦਾ. ਕਿਹੜੇ ਖਿਡਾਰੀ ਹੁੰਦੇ ਨੇ ਉਹ ਕਿਸੇ ਵੀ ਹੱਦ ਤੱਕ ਕੰਪੀਟੀਸ਼ਨ ਕਰਦੇ ਨੇ, ਇਸ ਹੱਦ ਤੱਕ ਕੰਪੀਟੀਸ਼ਨ ਕਰਦੇ ਨੇ ਕਿ ਕਈ ਵਾਰੀ ਸਾਹਮਣੇ ਵਾਲੇ ਨੂੰ ਬੁਰੀ ਤਰ੍ਹਾਂ ਜ਼ਖਮੀ ਵੀ ਕਰ ਦਿੰਦੇ ਹੈ. ਇਸ ਲਈ ਉਹ ਕਹਿੰਦਾ ਕਿ ਤੁਸੀਂ ਆਪਣੀ ਥਾਂ ਖੁਸ਼, ਮੈਂ ਆਪਣੀ ਥਾਂ ਖੁਸ਼, ਮੈਂ ਤੁਹਾਡੀ ਥਾਂ ਖਿਡਾਰੀ ਨਹੀਂ ਬਣਨਾ ਚਾਹੁੰਦਾ. ਸੋ ਇਹਨਾਂ ਆਈਡੀਆਜ਼ ਨੂੰ ਤੁਸੀਂ ਦਿਮਾਗ 'ਚ ਰੱਖਣਾ. ਹੁਣ ਅਸੀਂ ਪਹਿਲੇ ਪੋਇਮ ਦੀ ਰੈਸੀਟੇਸ਼ਨ ਇੰਜੋਏ ਕਰਦੇ ਹਾਂ, ਦੈਨ ਵੀਲ ਡਿਸਕਸ ਦ ਪੋਇਮ. Let's enjoy recitation. Confessions of a Born Spectator. One infant grows up and becomes a jockey, another plays basketball or hockey. This is one the prize ring hates to enter, and one becomes a tackle or center. I am just as glad can be, that I am not them, they are not me. With all my heart do I admire athletes who sweat for fun or hire, who take the field in gaudy pomp and maim each other as they roam. My limp and bashful spirit feeds on other people's heroic deeds. Now A runs 90 yards to score, B knocks the champion to the floor. C, risking vertebrae and spine, lashes his steed across the line. You would think my ego it would please to swap positions with one of these. Well, ego might be pleased enough, but zealous athletes play so rough. They do not ever in their dealings consider one another's feelings. I am glad that when my struggle begins twixt prudence and ego, prudence wins. When swollen eye meets gnarled fist, when snaps the knee and cracks the wrist, when calm officialdom demands, is there a doctor in the stands? My soul in true thanksgiving speaks for this most modest physiques. Athletes, I'll drink to you, or eat with you, or anything except compete with you. Buy tickets was worth their weight in radium to watch you gamble in a stadium and reassure myself anew that you are not me and I am not you. I hope you liked the complete poem. It's a beautiful musical poem having a beautiful rhyme scheme. My dear students, let us discuss the poem stanza-wise. One infant grows up and becomes a jockey, another plays basketball or hockey. This is the one prize ring hates to enter, and one becomes a tackle or center. ਤਾਂ ਕਵੀ ਕਹਿੰਦਾ ਹੈ ਕਿ ਮੇਰੇ ਬਹੁਤ ਸਾਰੇ ਦੋਸਤ ਨੇ, ਬਹੁਤ ਸਾਰੇ ਬੱਚੇ ਮੈਂ ਆਪਣੇ ਆਲੇ ਦੁਆਲੇ ਦੇਖਦਾ. ਇੱਕ ਬੱਚਾ ਵੱਡਾ ਹੁੰਦਾ ਹੈ ਅਤੇ ਘੁੜਸਵਾਰ ਬਣ ਜਾਂਦਾ ਹੈ, ਦੂਸਰਾ ਵੱਡਾ ਹੁੰਦਾ ਬਾਸਕਟਬਾਲ ਖੇਡਣ ਲੱਗ ਜਾਂਦਾ ਹੈ, ਤੀਸਰਾ ਵੱਡਾ ਹੁੰਦਾ ਤਾਂ ਹਾਕੀ ਖੇਡਣ ਲੱਗ ਜਾਂਦਾ ਹੈ. ਸੋ ਕਿਸੇ ਨੂੰ ਰਿੰਗ 'ਚ ਜਾਣਾ ਪਸੰਦ ਹੀ ਨਹੀਂ, ਅਤੇ ਕੋਈ ਜਾਂਦਾ ਹੈ ਅਤੇ ਪੂਰਾ ਖੇਡ ਕੇ ਜਿੱਤ ਕੇ ਵਾਪਸ ਆ ਜਾਂਦਾ ਹੈ. ਲੇਕਿਨ ਮੈਂ ਖੁਸ਼ ਹਾਂ. ਆਈ ਐਮ ਜਸਟ ਐਜ਼ ਗਲੈਡ ਕੈਨ ਬੀ. ਮੈਂ ਇੰਨਾ ਜ਼ਿਆਦਾ ਖੁਸ਼ ਹਾਂ ਜਿੰਨਾ ਖੁਸ਼ ਹੋ ਸਕਦਾ ਕਿ ਮੈਂ ਉਹਨਾਂ ਵਰਗਾ ਨਹੀਂ ਅਤੇ ਉਹ ਮੇਰੇ ਵਰਗੇ ਨਹੀਂ. ਦੈਟ ਆਈ ਐਮ ਨੋਟ ਦੈਮ, ਦੇ ਆਰ ਨੋਟ ਮੀ. ਮੈਂ ਉਹਨਾਂ ਵਰਗਾ ਨਹੀਂ, ਉਹ ਮੇਰੇ ਵਰਗੇ ਨਹੀਂ. ਵਿਦ ਆਲ ਮਾਈ ਹਾਰਟ ਡੂ ਆਈ ਐਡਮਾਇਰ. ਮੈਂ ਸਾਰੇ ਐਥਲੀਟਸ ਨੂੰ ਆਪਣੇ ਦਿਲੋਂ ਬਹੁਤ ਜ਼ਿਆਦਾ ਪਸੰਦ ਕਰਦਾ. ਹੂ ਸਵੈਟ ਫॉर ਫਨ ਔਰ ਹਾਇਰ, ਜਿਹੜੇ ਕਿ ਆਨੰਦ ਲਈ, ਫਨ ਲਈ, ਜਾਂ ਹਾਇਰ ਪੈਸੇ ਲਈ
ਖੇਡਦੇ ਨੇ, ਪਸੀਨਾ ਵਹਾਉਂਦੇ ਨੇ। who take the field in gaudy form and maim each other as they roam, ਜਿਹੜੇ ਕਿ ਗੂੜੇ ਗੂੜੇ ਰੰਗਾਂ ਦੇ ਕੱਪੜੇ ਪਾ ਕੇ ਖੇਡਣ ਲਈ ਮੈਦਾਨ ਵਿੱਚ ਜਾਂਦੇ ਨੇ ਅਤੇ ਉੱਥੇ ਜਾ ਕੇ ਇੱਕ ਦੂਜੇ ਦੀਆਂ ਲੱਤਾਂ ਬਾਹਾਂ ਤੋੜ ਭੰਨ ਦਿੰਦੇ ਨੇ। My limp and bashful spirit feeds on other people's heroic deed, मैं लंगड़ा वां, लिम्प है मेरे, मैं लंगड़ा हाँ, लेकिन मेरी जिहड़ी मेरा अहंकार है जिहड़ा वो मेरे लंगड़ेपन ਉਹ ਤਾਂ ਦੂਸਰਿਆਂ ਦੇ ਕਾਰਨਾਮੇ ਦੇਖ ਕੇ ਹੀ ਖੁਸ਼ ਹੋ ਜਾਂਦਾ ਹੈ ਜਿਹੜੇ ਕਿ ਉਹ ਬਹਾਦਰੀ ਭਰੇ ਕਰਦੇ ਹਨ। Now A runs 90 yards to score, ਹੁਣ ਉਹ ਕਹਿੰਦਾ ਕਿ ਮੰਨ ਲਓ ਇੱਕ ਖਿਡਾਰੀ ਹੈ A, ਉਹ 90 ਯਾਰਡ ਭੱਜਦਾ ਹੈ, ਕਾਹਦੇ ਲਈ? ਰਨ ਸਕੋਰ ਕਰਨ ਲਈ। ਮਤਲਬ ਕਿਹੜੀ ਖੇਡ ਦੀ ਗੱਲ ਹੋ ਰਹੀ ਹੈ? ਕ੍ਰਿਕਟ। B knocks the champion to the floor, B ਖਿਡਾਰੀ ਹੈ, ਉਹ ਖੇਡਦਾ ਖੇਡਦਾ ਦੂਸਰੇ ਚੈਂਪੀਅਨ ਨੂੰ ਧੂਲ ਚਟਾ ਦਿੰਦਾ ਹੈ। ਹੁਣ ਇਹ ਕਾਹਦੀ ਗੱਲ ਹੋ ਰਹੀ ਹੈ? ਰੈਸਲਿੰਗ ਦੀ। C risking vertebrae and spine lashes his steed across the line, ਹੁਣ ਜਿਹੜਾ ਤੀਸਰਾ ਖਿਡਾਰੀ ਹੈ ਉਹ ਵੀ ਆਪਣੇ ਕਰਤੱਵ ਦਿਖਾ ਰਿਹਾ ਹੈ ਅਤੇ ਉਹ ਆਪਣੀ ਰੀੜ੍ਹ ਦੀ ਹੱਡੀ ਨੂੰ, ਆਪਣੀ ਰੀੜ੍ਹ ਦੀ ਹੱਡੀ ਦੇ ਆਲੇ ਦੁਆਲੇ ਦੀਆਂ ਨਸਾਂ ਨੂੰ ਪੂਰੇ ਜੋਖਿਮ ਵਿੱਚ ਪਾ ਰਿਹਾ ਹੈ। You would think my ego it would please to swap positions with one of these, ਤੁਹਾਨੂੰ ਕੀ ਲੱਗਦਾ ਕਿ ਮੇਰੇ ਈਗੋ ਨੂੰ, ਮੇਰੇ ਅਹਮ ਨੂੰ ਇਹ ਸਵੀਕਾਰ ਹੋਏਗਾ ਕਿ ਮੈਂ ਉਹਨਾਂ ਨਾਲ ਆਪਣੀਆਂ ਸਥਿਤੀਆਂ ਬਦਲ ਲਵਾਂ? ਤੁਹਾਨੂੰ ਇਹ ਲੱਗ ਰਿਹਾ ਕਿ ਮੈਂ ਸਥਿਤੀ ਬਦਲ ਕੇ ਉਹਨਾਂ ਨਾਲ ਖੁਸ਼ ਹੋਊਂਗਾ? ਵੈਲ ਈਗੋ ਮਾਈਟ ਬੀ ਪਲੀਜ਼ਡ ਇਨਫ, ਹੋ ਸਕਦਾ ਹੈ ਕਿ ਇਸ ਦੇ ਨਾਲ ਮੇਰਾ ਹਮ ਤਾਂ ਖੁਸ਼ ਹੁੰਦਾ, ਬਟ ਜ਼ੀਲਸ ਐਥਲੀਟਸ ਪਲੇ ਸੋ ਰਫ, ਪਰ ਮੈਂ ਕਿਉਂ ਨਹੀਂ ਇਹ ਕੰਮ ਕਰੂੰਗਾ? ਕਿਉਂਕਿ ਜ਼ੀਲਸ ਜਿਹੜੇ ਜੋਸ਼ ਨਾਲ, ਜੋ ਜ਼ਰੂਰਤ ਤੋਂ ਜ਼ਿਆਦਾ ਜੋਸ਼ ਨਾਲ ਭਰੇ ਹੋਏ ਐਥਲੀਟਸ ਹੁੰਦੇ ਨੇ, ਉਹ ਕਿਤੇ ਨਾ ਕਿਤੇ ਜਾ ਕੇ ਰਫ ਹੋ ਜਾਂਦੇ ਨੇ, ਇੱਕ ਦੂਸਰੇ ਦੇ ਪ੍ਰਤੀ ਸੰਵੇਦਨਾਹੀਨ ਹੋ ਜਾਂਦੇ ਨੇ। They do not ever in their dealings consider one another's feelings, ਉਹ ਜਿੱਤਣ ਦੇ ਲੋਰ ਦੇ ਵਿੱਚ ਇੰਨੇ ਜ਼ਿਆਦਾ ਮਰਸੀਲੈਸ ਹੋ ਜਾਂਦੇ ਨੇ, ਉਹਨਾਂ ਨੂੰ ਇੱਕ ਦੂਸਰੇ ਲਈ ਦਇਆ, ਪ੍ਰੇਮ, ਹਮਦਰਦੀ ਖਤਮ ਹੋ ਜਾਂਦੀ ਹੈ, ਇੱਕ ਦੂਸਰੇ ਦੀਆਂ ਭਾਵਨਾਵਾਂ ਦਾ ਵੀ ਧਿਆਨ ਨਹੀਂ ਰੱਖਦੇ। I am glad that when my struggle begins twixt prudence and ego, prudence wins, ਉਹ ਕਹਿੰਦਾ ਕਿ ਮੈਂ ਖੁਸ਼ ਹਾਂ ਜਦੋਂ ਮੇਰੇ ਅੰਦਰ ਮੇਰੇ ਵਿਵੇਕ ਦਾ ਅਤੇ ਮੇਰੇ ਅਹਮ ਦਾ ਲੜਾਈ ਹੋਣ ਲੱਗਦੀ ਹੈ, ਜੰਗ ਹੋਣ ਲੱਗਦੀ ਹੈ, ਉਸ ਦੇ ਵਿੱਚ ਮੇਰਾ ਵਿਵੇਕ ਜਿੱਤ ਜਾਂਦਾ ਹੈ ਅਤੇ ਮੈਂ ਕੋਈ ਵੀ ਅਜਿਹਾ ਮਾੜਾ ਕੰਮ ਨਹੀਂ ਕਰ ਸਕਦਾ ਜਿਸ 'ਚ ਮੈਂ ਕਿਸੇ ਦੂਜੇ ਨੂੰ ਨੁਕਸਾਨ ਪਹੁੰਚਾ ਕੇ ਜਿੱਤਾਂ। When swollen eye meets gnarled fist, when snaps the knee and cracks the twist, ਜਦੋਂ ਖਿਡਾਰੀ ਆਪਸ 'ਚ ਖੇਡਦੇ ਆ, ਸਟਰਗਲ ਕਰਦੇ ਆ, ਸੰਘਰਸ਼ ਕਰਦੇ, ਇੱਕ ਦੂਜੇ ਨੂੰ ਜ਼ਖਮੀ ਕਰਦੇ ਆ, ਕੋਈ ਕਿਸੇ ਦੇ ਅੱਖ 'ਤੇ ਮੁੱਕਾ ਮਾਰਦਾ, ਕੋਈ ਕਿਸੇ ਦਾ ਗੋਡਾ ਤੋੜ ਦਿੰਦਾ, ਕੋਈ ਕਿਸੇ ਦੀ ਰਿਸਟ ਯਾਨੀ ਕਿ ਕਲਾਈ ਤੋੜ ਦਿੰਦਾ ਹੈ। When calm officialdom demands, is there a doctor in the stands, ਜਦੋਂ ਇੱਕ ਸ਼ਾਂਤ ਜਿਹੇ ਅਫਸਰ ਆ ਕੇ ਫਿਰ ਪੁੱਛਦੇ ਨੇ ਕਿ ਕੋਈ ਇੱਥੇ ਸਟੈਂਡਸ ਦੇ ਵਿੱਚ, ਦਰਸ਼ਕਾਂ ਦੇ ਵਿੱਚ ਕੋਈ ਡਾਕਟਰ ਬੈਠਾ ਹੈ। My soul in true thanksgiving speaks for this most modest physics. Athletes, I'll drink to you or eat with you or anything except compete with you. ਮੇਰੀ ਆਤਮਾ ਉਦੋਂ ਬੜੀ ਸ਼ੁਕਰਗੁਜ਼ਾਰ ਹੁੰਦੀ ਹੈ ਕਿ ਮੈਂ ਤੁਹਾਡੇ ਵਰਗਾ ਖਿਡਾਰੀ ਨਹੀਂ ਹੈਗਾ, ਹਾਲਾਂਕਿ ਤੁਸੀਂ ਤੁਹਾਡੇ ਬਹੁਤ ਵਧੀਆ ਸਰੀਰ ਨੇ, ਮੇਰਾ ਇੰਨਾ ਵਧੀਆ ਸਰੀਰ ਨਹੀਂ, ਪਰ ਸਾਰੇ ਐਥਲੀਟਸ ਨੂੰ ਮੈਂ ਕਹਿਣਾ ਚਾਹੂੰਗਾ ਕਿ ਜੋ ਤੁਸੀਂ ਜਿੱਤਦੇ ਹੋ ਮੈਂ ਤੁਹਾਡੇ ਨਾਲ ਡਰਿੰਕ ਕਰੂੰਗਾ, ਪਾਰਟੀ ਕਰੂੰਗਾ, ਖਾਊਂਗਾ, ਪੀਊਂਗਾ, ਪਰ ਮੈਂ ਕਦੇ ਵੀ ਤੁਹਾਡੇ ਨਾਲ ਕੰਪੀਟ ਨਹੀਂ ਕਰੂੰਗਾ। ਬਾਈ ਟਿਕਟਸ ਵਰਥ ਦੇਅਰ ਵੇਟ ਇਨ ਰੇਡੀਅਮ ਟੂ ਵਾਚ ਯੂ ਗੈਂਬਲ ਇਨ ਅ ਸਟੇਡੀਅਮ, ਤਾਂ ਮੈਂ ਇੰਨੀਆਂ ਜ਼ਿਆਦਾ ਮਹਿੰਗੀਆਂ ਟਿਕਟਾਂ ਵੀ ਖਰੀਦ ਲੂੰਗਾ ਅਗਰ ਤੁਹਾਡੇ ਭਾਰ ਦੇ ਬਰਾਬਰ ਟਿਕਟਸ ਵਰਥ ਦੇਅਰ ਵੇਟ ਇਨ ਰੇਡੀਅਮ, ਮਤਲਬ ਖੂਬ ਮਹਿੰਗੀ ਟਿਕਟ ਵੀ ਲਗਾ ਦਿੱਤੀ ਜਾਵੇ, ਤੁਹਾਡੇ ਬਰਾਬਰ ਤੋਲ ਕੇ ਵੀ ਟਿਕਟ ਦਾ ਪੈਸਾ ਲਗਾ ਦਿੱਤਾ ਜਾਵੇ, ਰੇਡੀਅਮ ਜਿੰਨੀ ਮਹਿੰਗੀ ਵੀ ਹੋ ਜੇ, ਤਾਂ ਵੀ ਮੈਂ ਆ ਕੇ ਸਟੇਡੀਅਮ 'ਚ ਤੁਹਾਡੇ ਨਾਲ ਛਾਲਾਂ ਮਾਰ ਕੇ ਖੇਡਣ ਲਈ ਤਿਆਰ ਨਹੀਂ ਹੈ। ਔਰ ਮੈਂ ਆਪਣੇ ਆਪ ਨੂੰ ਇੱਕ ਵਾਰ ਫੇਰ ਵਿਸ਼ਵਾਸ ਦਿਵਾ ਰਿਹਾ ਕਿ ਮੈਂ ਤੁਹਾਡੇ ਵਰਗਾ ਨਹੀਂ ਅਤੇ ਤੁਸੀਂ ਮੇਰੇ ਵਰਗੇ ਨਹੀਂ। ਸੋ ਬੱਚੇ, ਇਸ ਕਵਿਤਾ ਦੇ ਵਿੱਚ ਕਵੀ ਨੇ ਕਿਹਾ ਹੈ ਕਿ ਖਿਡਾਰੀ ਜਦੋਂ ਖੇਡਦੇ ਨੇ ਉਹ ਕੰਪੀਟ ਕਰਦੇ ਕਰਦੇ ਜਿੱਤਣ ਦੇ ਲਈ ਇੰਨੇ ਜ਼ਿਆਦਾ ਐਫਰਟਸ ਕਰਨ ਲੱਗ ਜਾਂਦੇ ਨੇ ਕਿ ਉਹ ਇਸ ਚੱਕਰ ਦੇ ਵਿੱਚ ਆਪਣੇ ਨਾਲ ਦੇ ਖਿਡਾਰੀਆਂ ਲਈ ਸੰਵੇਦਨਹੀਨ ਹੋ ਜਾਂਦੇ ਨੇ। ਕੋਈ ਸੰਵੇਦਨਾ ਨਹੀਂ ਰਹਿੰਦੀ ਉਹਨਾਂ ਦੇ ਮਨ 'ਚ, ਕੋਈ ਇਮੋਸ਼ਨ ਨਹੀਂ ਰਹਿੰਦੀ, ਇਮੋਸ਼ਨਸ ਦਾ ਉਹ ਧਿਆਨ ਨਹੀਂ ਰੱਖਦੇ, ਉਹਨਾਂ ਨੂੰ ਮਾਰਦੇ ਨੇ, ਹੱਥ ਤੋੜ ਦਿੰਦੇ ਨੇ, ਪੈਰ ਤੋੜ ਦਿੰਦੇ ਨੇ, ਅੱਖਾਂ ਭੰਨ ਦਿੰਦੇ ਨੇ। ਔਰ ਜਿੱਤਣ ਦਾ ਇਹ ਜਿਹੜਾ ਲੋਰ ਹੈ ਉਹ ਮੇਰੇ ਅੰਦਰ ਨਹੀਂ ਹੈ, ਇਸ ਲਈ ਮੈਂ ਖਿਡਾਰੀ ਬਣ ਕੇ ਬਹੁਤ ਜ਼ਿਆਦਾ ਖੁਸ਼ ਹਾਂ। So this was all about this poem. In the next video, I'll discuss the comprehension passages and the central idea. Till then, keep on reciting and enjoying the poem.
My dear students, if you like the content of this channel, then you can subscribe the channel and also hit the like button. When you like, share or comment, it motivates me to make such videos for you in future also. Thank you. Have a nice time.